ਸੋ ਬੇਸਿਕਲੀ ਆਪਾਂ ਪੰਕਚੁਏਸ਼ਨ ਨੂੰ ਕਿਸ ਤਰ੍ਹਾਂ ਸਮਝਣਾ ਵਾ, ਆਪਾਂ ਪੰਕਚੁਏਸ਼ਨ ਨੂੰ ਇਸ ਤਰੀਕੇ ਨਾਲ ਸਮਝਣਾ ਵਾ ਕਿ ਆਇਲਸ ਵਿੱਚ ਕਿਵੇਂ ਯੂਜ਼ ਹੋਊਗੀ। ਠੀਕ ਆ, ਸੋ ਕੁਝ ਇਹੋ ਜਿਹੀਆਂ ਪੰਕਚੁਏਸ਼ਨਸ ਹੈਗੀਆਂ ਵਾ ਜਿਹੜੀਆਂ ਕਿ ਆਪਣੇ ਕਿਸੇ ਕੰਮ ਦੀ ਨਹੀਂ ਗਿਆ, ਜਿਵੇਂ ਕਿ ਆ ਗਿਆ ਐਕਸਕਲੇਮੇਸ਼ਨ ਮਾਰਕ। ਠੀਕ ਆ, ਹੁਣ ਐਕਸਕਲੇਮੇਸ਼ਨ ਮਾਰਕ ਕਿੱਥੇ ਯੂਜ਼ ਹੁੰਦਾ ਵਾ, ਤੇ ਐਕਸਪ੍ਰੈਸ਼ਨਸ ਹੋਣ, ਜਿਵੇਂ ਕਿ ਆਪਾਂ ਕਹਤਾ ਹਾਈ, ਜਾਂ ਆਪਾਂ ਕਹਤਾ ਵਾਓ, ਜਾਂ ਆਪਾਂ ਕਹਤਾ ਓ ਮਾਈ ਗॉड। ਸਹੀ ਹੈ, ਇਹੋ ਜਗ੍ਹਾ ਤੇ, ਜਾਂ ਆਪਾਂ ਹੈਰਾਨ ਹੋ ਗਏ ਆਪਾਂ ਕਹਾਂ ਓਹ। ਸਹੀ ਹੈ, ਠੀਕ ਹੈ, ਇਹੋ ਜਿਹੀ ਜਗ੍ਹਾ ਤੇ ਪੰਕਚੁਏਸ਼ਨ ਯੂਜ਼ ਹੁੰਦੀ ਜੋ ਕਿ ਆਪਣੇ ਕਿਸੇ ਕੰਮ ਨਹੀਂ ਆਉਂਦੀ। ਜਨਰਲ ਟਾਸਕ 1 ਦੇ ਸਟੂਡੈਂਟਸ ਆ, ਉਹਨਾਂ ਦੇ ਕੰਮ ਆਉਂਦੀ ਆ। ਠੀਕ ਆ, ਸੋ ਜੇ ਉਹ ਕਹਿਣ ਆਈ ਵਾਸ ਅਮੇਜ਼ਡ ਤੇ ਅੱਗੇ ਪੰਕਚੁਏਸ਼ਨ ਐਕਸਕਲੇਮੇਸ਼ਨ ਪਾ ਕੇ ਐਕਸਪ੍ਰੈਸ਼ਨ ਸ਼ੋ ਕਰ ਸਕਦੇ। ਠੀਕ ਆ, ਇਨਫੋਰਮਲ ਲੈਟਰ ਵਿੱਚ ਇਹ ਟਾਸਕ 1 ਦੇ ਜਨਰਲਸ ਦੇ ਲਈ ਜ਼ਿਆਦਾ। ਠੀਕ ਆ, ਆਪਾਂ ਸ਼ੁਰੂ ਕਰਨਾ ਵਾ ਆਪਣੇ ਬੇਸਿਕ ਜੇ ਤੋਂ। ਫੁੱਲ ਸਟਾਪ ਤੇ ਸਾਰਿਆਂ ਨੂੰ ਪਤਾ ਹੀ ਹੈ, ਫੁੱਲ ਸਟਾਪ ਸੈਂਟੈਂਸ ਦੇ ਐਂਡ ਤੇ ਲੱਗਦਾ ਵਾ। ਆਪਾਂ ਸ਼ੁਰੂ ਕਰਦੇ ਹਾਂ ਕੌਮਾ ਤੋਂ। ਠੀਕ ਆ, ਕੌਮਾ ਦਾ ਇਸਤੇਮਾਲ, ਕੌਮਾ ਦੇ ਟੋਟਲ 3 ਇਸਤੇਮਾਲ ਆਪਾਂ ਸਮਝ। ਠੀਕ ਆ, ਕੌਮਾ ਦਾ ਪਹਿਲਾ ਇਸਤੇਮਾਲ ਹੁੰਦਾ ਵਾ ਜਦੋਂ ਵੀ ਦੋ ਕਲੌਜ਼ਸ ਆਪਸ ਚ ਕਨੈਕਟ ਹੁੰਦੇ। ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਕਿ ਕਲੌਜ਼ ਤੇ ਸੈਂਟੈਂਸ ਦੇ ਵਿੱਚ ਫਰਕ ਕੀ ਹੁੰਦਾ। ਸੋ ਮੰਨ ਲਓ ਮੈਂ ਇੱਥੇ ਇੱਕ ਸੈਂਟੈਂਸ ਬਣਾਵਾਂ ਕਿ ਰਵੀ ਇਜ਼ ਸਮਾਰਟ ਤੇ ਸਬਜੈਕਟ ਵਰਬ ਆਬਜੈਕਟ। ਠੀਕ ਆ, ਇਹ ਇੱਕ ਕਲੌਜ਼ ਵਾ। ਠੀਕ ਹੈ, ਤੇ ਮੈਂ ਕਹਿ ਦਵਾਂ ਹੀ ਪਲੇਜ਼ ਚੈਸ ਤੇ ਸਬਜੈਕਟ ਵਰਬ ਆਬਜੈਕਟ, ਇਹ ਵੀ ਇੱਕ ਕਲੌਜ਼ ਵਾ। ਤੇ ਜਦੋਂ ਮੈਂ ਦੋਨਾਂ ਨੂੰ ਜੋੜ ਦਿੰਦਾ ਵਾ ਐਂਡ ਦੀ ਮਦਦ ਦੇ ਨਾਲ ਤੇ ਇੱਥੇ ਫੁੱਲ ਸਟਾਪ ਪਾ ਦੇਣਾ ਤੇ ਇਹ ਪੂਰਾ ਦਾ ਪੂਰਾ ਇੱਕ ਸੈਂਟੈਂਸ ਹੋ। ਠੀਕ ਆ, ਸੋ ਸੈਂਟੈਂਸ ਕੀ ਆ, ਕੱਲਾ ਕਲੌਜ਼ ਵੀ ਸੈਂਟੈਂਸ ਹੋ ਸਕਦਾ ਵਾ ਜੇ ਫੁੱਲ ਸਟਾਪ ਆ ਜੇ ਤੇ, ਪਰ ਕੰਬੀਨੇਸ਼ਨ ਆਫ ਕਲੌਜ਼ ਜਦੋਂ ਫੁੱਲ ਸਟਾਪ ਲੱਗ ਜੇ ਉਦੋਂ ਸੈਂਟੈਂਸ ਹੁੰਦਾ। ਠੀਕ ਹੈ, ਜਦੋਂ ਵੀ ਦੋ ਕਲੌਜ਼ ਆਪਸ ਚ ਜੁੜ ਜੂਗੇ ਉੱਥੇ ਹਮੇਸ਼ਾ ਇੱਕ ਕੋਮਾ, ਹਮੇਸ਼ਾ ਐਂਡ ਨਾਲ ਵੀ ਕੋਮਾ ਆਂਦਾ ਜੀ। ਆਪਾਂ ਪਾਉਂਦੇ ਨਹੀਂ ਆ, ਉੱਥੇ ਤੁਸੀਂ ਲਗਾ ਸਕਦੇ ਜਾਂ ਨਾ ਲਗਾਓ, ਦੈਟ ਇਜ਼ ਅਪ ਟੂ ਯੂ। ਬਟ ਜਦੋਂ ਵੀ ਦੋ ਕਲੌਜ਼ਸ ਜੁੜ ਗਏ ਉੱਥੇ ਕੋਮਾ ਆਊਗਾ। ਸੋ ਮੰਨ ਲਓ ਜੇ ਮੈਂ ਸੈਂਟੈਂਸ ਆਹੀ ਬਣਾਤਾ ਕਿ ਰਵੀ ਸਮਾਰਟ ਐਂਡ ਹੀ ਪਲੇਸ ਚੈਸ, ਤੇ ਇੱਥੇ ਕੋਮਾ ਆਊਗਾ। ਤੇ ਆਪਾਂ ਨੂੰ ਪਤਾ ਆਪਾਂ ਕੋਈ ਵੀ ਸੈਂਟੈਂਸ ਜਿਹੜਾ ਐਂਡ ਨਾਲ ਬਣਾਉਂਦੇ ਉਹਨੂੰ ਕਿੰਨੇ ਚੇਂਜ ਕਰ ਸਕਦੇ ਆ, ਕੋਈ ਵੀ ਸੈਂਟੈਂਸ ਜਿਹੜਾ ਆਪਾਂ ਐਂਡ ਨਾਲ ਬਣਾਉਂਦੇ ਆ ਉਹਨੂੰ ਆਪਾਂ ਅਲੋਂਗ ਵਿਦ ਚੇਂਜ ਕਰ ਸਕਦੇ ਆ। ਤੇ ਅਲੋਂਗ ਵਿਦ ਦੇ ਨਾਲ ਵਰਬ ਦੀ ਕਿਹੜੀ ਫਾਰਮ ਲੱਗਦੀ ਆ, ਆਈਐਨਜੀ। ਅਲੋਂਗ ਵਿਦ ਦੇ ਨਾਲ ਹਮੇਸ਼ਾ ਲੱਗਦੀ ਹੈ ਵਰਬ ਦੀ ਫਸਟ ਫਾਰਮ ਆਈਐਨਜੀ। ਇਹਦੇ ਚ ਆਪਣਾ ਵਰਬ ਕੀ ਆ, ਤੇ ਇਸ ਦੀ ਆਈਐਨਜੀ ਕੀ ਹੁੰਦੀ ਆ, ਬੀਇੰਗ ਹੁੰਦੀ ਹੈ। ਸੋ ਆਪਾਂ ਸੈਂਟੈਂਸ ਬਣਾਵਾਂਗੇ, ਧਿਆਨ ਦਿਓ, ਅਲੋਂਗ ਵਿਦ ਬੀਇੰਗ ਸਮਾਰਟ ਤੇ ਇੱਥੇ ਆਊਗਾ ਕੋਮਾ। ਕੋਮਾ ਕਿਉਂ ਆਇਆ, ਕਿਉਂਕਿ ਨੈਕਸਟ ਕਲੌਜ਼ ਸ਼ੁਰੂ ਹੋਣ ਲੱਗਾ ਫਿਰ ਰਵੀ ਪਲੇਸ ਚੈਸ। ਸਮਝ ਆਈ ਹੈ? ਸੋ ਜਿੱਥੇ ਦੋ ਕਲੌਜ਼ਸ ਆਪਸ ਚ ਜੁੜੂਗੇ ਉੱਥੇ ਇੱਕ ਕੋਮਾ ਆਊਗਾ ਹੀ ਆਊਗਾ। ਓਕੇ, ਕਲੀਅਰ, ਕੋਈ ਕਨਫਿਊਜ਼ਨ? ਠੀਕ ਹੈ, ਦੂਸਰਾ ਇਸਤੇਮਾਲ ਜਿਹੜਾ ਵਾ ਉਹ ਕੋਮਾ ਦਾ ਕਦੋਂ ਹੁੰਦਾ ਵਾ, ਜਦੋਂ ਆਪਾਂ ਐਕਸਟਰਾ ਇਨਫੋਰਮੇਸ਼ਨ ਦੇਣੀ ਹੋਵੇ। ਐਕਸਟਰਾ ਇਨਫੋਰਮੇਸ਼ਨ ਕਿਵੇਂ, ਮੈਂ ਉਹੀ ਗੱਲ ਕਹਾਂ, ਰਵੀ ਹੂ ਇਜ਼ ਸਮਾਰਟ ਪਲੇਜ਼ ਚੈਸ। ਆ ਚੀਜ਼ ਆ ਗਈ ਆਪਣੇ ਕੋਲ। ਮੇਨ ਇਨਫੋਰਮੇਸ਼ਨ ਹਮੇਸ਼ਾ ਆਊਟ ਆਫ ਦ ਕਾਮਾਸ ਹੋਗੀ, ਯਾਦ ਰੱਖੋ। ਕਿਵੇਂ ਪਤਾ ਲੱਗਦਾ ਵਾ ਕਿ ਉਹ ਮੇਨ ਇਨਫੋਰਮੇਸ਼ਨ ਹੈ, ਕਿਉਂਕਿ ਜੇ ਤੁਸੀਂ ਆਹ ਸੈਂਟੈਂਸ ਮਿਟਾ ਵੀ ਦਿਓ ਤੇ ਸੈਂਟੈਂਸ ਹੱਲੇ ਵੀ ਕੰਪਲੀਟ ਆ, ਰਵੀ ਪਲੇਸ ਚੈਸ। ਪਰ ਜੇ ਮੈਂ ਪਲੇਸ ਚੈਸ ਹਟਾ ਦਾਂ ਤੇ ਰਵੀ ਹੂ ਇਜ਼ ਸਮਾਰਟ ਇਨਕੰਪਲੀਟ ਹੋ ਜਾਂਦਾ। ਸੋ ਹਮੇਸ਼ਾ ਜਿਹੜੀ ਐਡੀਸ਼ਨਲ ਇਨਫੋਰਮੇਸ਼ਨ ਹੁੰਦੀ ਹੈ ਉਹ ਕਾਮਾਸ ਦੇ ਵਿੱਚ ਆਉਂਦੀ ਹੈ। ਕਲੀਅਰ? ਮੈਂ ਕਹਤਾ ਜੇ ਤੁਸੀਂ ਕਦੀ ਐਡੀਸ਼ਨਲ ਇਨਫੋਰਮੇਸ਼ਨ ਦੇਣੀ ਆ ਤੇ ਡਬਲਿਊ ਫੈਮਿਲੀ ਦਾ ਇਸਤੇਮਾਲ ਕਰੋ, ਹੂ, ਵਿਚ, ਵੇਅਰ, ਵੈਨ, ਇਹਨਾਂ ਦੇ ਨਾਲ ਦੇ ਸਕਦੇ ਤੁਸੀਂ। ਠੀਕ ਹੈ, ਤੇ ਹਮੇਸ਼ਾ ਯਾਦ ਰੱਖੋ ਜਦੋਂ ਵੀ ਕਦੀ ਐਡੀਸ਼ਨਲ ਇਨਫੋਰਮੇਸ਼ਨ ਦਿੱਤੀ ਉਹਨੂੰ ਰੱਬ ਕਰਕੇ ਇੱਕ ਵਾਰ ਵੇਖ ਲਓ ਕਿ ਹਾਂ ਮੇਰੇ ਸਹੀ ਯੂਜ਼ ਹੋਣਦੇ ਕਿ ਨਹੀਂ ਹੋਣਦੇ। ਸੋ ਆ ਆਪਣਾ ਇੱਕ ਤਰੀਕਾ ਵਾ ਹੂ ਇਜ਼ ਸਮਾਰਟ ਐਡੀਸ਼ਨਲ ਇਨਫੋਰਮੇਸ਼ਨ ਦੇ ਕੇ ਜਿਹੜਾ ਵਾ ਕਾਮਾਸ ਯੂਜ਼ ਕਰ ਸਕਦੇ। ਠੀਕ ਹੈ, ਤੀਸਰਾ ਜਿਹੜਾ ਵਾ ਉਹ ਹੁੰਦਾ ਵਾ ਕਿਹੜੇ ਕਨੈਕਟਰ ਤੋਂ ਬਾਅਦ ਕਾਮਾ ਆਉਂਦਾ। ਠੀਕ ਆ, ਇਹ ਹੁੰਦਾ ਵਾ ਜਿੱਥੇ ਵੀ ਪੌਜ਼ ਲੱਗ ਜੇ, ਜਿੱਥੇ ਵੀ ਪੌਜ਼ ਲੱਗ ਜੇ ਉੱਥੇ ਕਾਮਾ ਆਪਾਂ ਲਗਾਉਣਾ ਹੁੰਦਾ। ਇਹਨੂੰ ਸਮਝਣਾ ਥੋੜਾ ਟਫ ਹੈ ਕਿ ਪੌਜ਼ ਕਿੱਥੇ ਲੱਗਦਾ ਪਿਆ। ਸੋ ਬੋਲਣ 'ਚ ਜਿੱਥੇ ਪੌਜ਼ਸ ਲੱਗਦੇ ਨਾ ਆਪਾਂ ਬੋਲਦੇ ਉੱਥੇ ਕਾਮਾਸ ਲੱਗਦੇ। ਐਜ਼ ਅ ਰਿਜ਼ਲਟ ਕਾਮਾ। ਠੀਕ ਆ, ਹੁਣ ਇਹ ਹਰ ਇੱਕ ਕਨੈਕਟਰ ਤੋਂ ਬਾਅਦ ਨਹੀਂ ਲੱਗਦਾ, ਕੁਝ ਕਨੈਕਟਰਸ ਤੋਂ ਬਾਅਦ ਲੱਗਦਾ। ਇਹਨੂੰ ਪਛਾਣਨ ਦਾ ਸਿੰਪਲ ਜਿਹਾ ਤਰੀਕਾ ਮੈਂ ਤੁਹਾਨੂੰ ਦੱਸ ਦਿੰਦਾ ਵਾ। ਜਿਹੜੇ ਕਨੈਕਟਰ ਤੋਂ ਬਾਅਦ ਸਬਜੈਕਟ ਵਰਬ ਆਬਜੈਕਟ ਆਣੇ ਆ ਦੁਬਾਰਾ ਪੂਰੇ ਤੇ ਪੂਰੇ, ਉੱਥੇ ਕਾਮਾ ਲੱਗੂਗਾ। ਕਿਵੇਂ? ਰੋਹਿਤ ਸਕੋਰਸ ਗੁੱਡ ਮਾਰਕਸ, ਇਹਦੇ ਚ ਕੀ ਹੈ, ਸਬਜੈਕਟ ਵਰਬ ਆਬਜੈਕਟ ਤਿੰਨੋਂ ਆ। ਪਰ ਜੇ ਮੈਂ ਲਗਾਦਾ ਦਿਸ ਲੀਡਸ ਟੂ ਤੇ ਇਹਦੇ ਤੋਂ ਬਾਅਦ ਰੋਹਿਤ ਸਕੋਰਸ ਗੁੱਡ ਮਾਰਕਸ ਨਹੀਂ ਆਣਾ, ਤੋਂ ਬਾਅਦ ਦਿਸ ਲੀਡਸ ਟੂ ਰੋਹਿਤ ਸਕੋਰਿੰਗ ਗੁੱਡ ਮਾਰਕਸ। ਸੋ ਧਿਆਨ ਨਾਲ ਸਮਝੋ ਮੈਂ ਕੀ ਕਹਿਣਾ, ਥੋੜੀ ਜੀ ਟਫ ਹੋ ਸਕਦੀ ਚੀਜ਼ ਸਮਝਣੀ ਬਟ ਬੜੀ ਸਿੰਪਲ ਵੀ ਇੱਕ ਹਿਸਾਬ ਨਾਲ। ਜੇ ਮੈਂ ਐਜ਼ ਅ ਰਿਜ਼ਲਟ ਮਿਟਾ ਦਵਾਂ ਤੇ ਜਿਹੜਾ ਆਪਣਾ ਪਿਛਲਾ ਸੈਂਟੈਂਸ ਹੈ ਨਾ ਰੋਹਿਤ ਸਕੋਰ ਗੁੱਡ ਮਾਰਕਸ, ਉਹ ਫਿਰ ਵੀ ਠੀਕ ਉਦਾਂ ਹੀ ਚੱਲਦਾ ਪਿਆ। ਪਰ ਜੇ ਮੈਂ ਦਿਸ ਲੀਡਸ ਟੂ ਮਿਟਾ ਦਵਾਂ ਰੋਹਿਤ ਸਕੋਰਿੰਗ ਗੁੱਡ ਮਾਰਕਸ,
ਤੇ ਇਹ ਹੁਣ ਸਹੀ ਨਹੀਂ ਹੈ, ਇਹ ਗ੍ਰਾਮਰ 'ਚ ਗਲਤ ਹੋ ਜਾਂਦਾ, ਸਮਝਦੇ ਹੈ ਨਾ। ਸੋ ਆ ਜਿਹੜਾ ਨਾ ਇਹ ਪੂਰਾ ਦਾ ਪੂਰਾ ਇੱਕ ਸੈਂਟੈਂਸ ਬਣ ਜਾਂਦਾ। ਸੋ ਇਹਦੇ ਵਿੱਚ ਕੌਮਾ ਨਹੀਂ ਆਊਗਾ, ਪਰ ਇਹਦੇ ਵਿੱਚ ਕੌਮਾ ਆਊਗਾ, ਸਮਝ ਗਏ। ਸੋ ਜੇ ਤੁਸੀਂ ਕਹਤਾ ਡਿਊ ਟੂ ਦਿਸ, ਇੱਕ ਦੱਸ ਦਵਾਂ ਤੁਹਾਨੂੰ, ਡਿਊ ਟੂ ਦਿਸ, ਇਹਦੇ ਅੱਗੇ ਕੀ ਆਊਗਾ, ਰੋਹਿਤ ਸਕੋਰ ਗੁੱਡ ਮਾਰਕਸ ਕੇ ਰੋਹਿਤ ਸਕੋਰਿੰਗ ਗੁੱਡ ਮਾਰਕਸ, रोहित स्कोर गुड मार्क्स, वो कॉमा आऊगा, ठीक है, क्लियर, फाइन। तो जे मान लो मैं कहता कि दिस रिजल्ट्स इन रोहित स्कोरिंग गुड मार्क्स, हुण कॉमा नहीं आऊगा। सो जेड़े सेंटेंस दे विच सब्जेक्ट वर्ब ऑब्जेक्ट पूरा इस तरह आंदा वा, एक इंडिपेंडेंट क्लॉज बनदा वा, उस जगह ते अपना कॉमा आंदा वा, बाकी जगह ते नहीं आंदा। ओके, ईजी हो गया, ठीक है। हुण कुछ लोग कहते सर कुछ कनैक्टर्स तो पहला कॉमा आंदा वा, कुछ कनैक्टर्स तो बाद कॉमा आंदा वा, किसी भी कनैक्टर तो पहला कॉमा नहीं आंदा कदी, ठीक है। वो जिहड़ा तुसीं पहला वाला कॉमा कहंदे पे जे ना, वो आ कॉमा हुंदा वा क्लॉजेस दे विचकार वाला, जिवें मैं एंड लगा के एंड तो पहला कॉमा पाता, वो एंड करके नहीं आया, वो आया वा क्योंकि दो सेंटेंस जुड़े आपस दे विच, सही है, बाद विच कॉमा आंदा वा कई कनैक्टर्स ते। ओके, क्लियर। हुण एक वर्ड हुंदा अपने कोल दैट, ठीक है। दैट एक इहो जी चीज है जिंदे तो बाद कदी कॉमा नहीं आता। जिवें मैं कहता दे थिंक दैट रवि इज स्मार्ट, मान लो आ चीज मैं कहती दे थिंक दैट रवि इज स्मार्ट, कदी इत्थे कॉमा नहीं आऊगा, ठीक है। पर जे तुहाडे अंदर एक कीड़ा वा जिहड़ा कहंदा मैं लगाना कॉमा, मैनूं इत्थे कॉमा चाहिदा, ठीक है, वो की करे फिर कीड़ा, वो कहे दे थिंक कॉमा रवि इज स्मार्ट, फिर वो दैट ही हटा दे बई। ते जे अंदर तुहाडे कीड़ा वा जिहड़ा कहंदा मैं दैट भी लगाना वा ते कॉमा भी लगाना वा, ठीक है, मार दो उस कीड़े को, नहीं लग सकता, ठीक है ना, इहो जे कीड़े दा कोई फायदा नहीं। ओके, सो ये अपना कॉमा कवर हो गया, तुहानूं क्लीयर हो गया कॉमास कित्थे यूज हुंदे बेसिकली, ठीक है। सब तो ज्यादा इस्तेमाल आपां इत्थे ते करना ही करना, इनदा इस्तेमाल तुसीं ध्यान रखना, क्योंकि ये दो चीज़ां ते आणियां ही आणियां बेसिकली, पर आ चीज़ तुसीं खुद करनी हुंदी कि मैं एडिशनल इंफॉर्मेशन यूज करा, सो इनका इस्तेमाल जरूर करना। कॉलन्स, ठीक है, कॉलन्स भी कहते कोलन्स भी कहते, ठीक है, कॉलन्स, इनके भी दो इस्तेमाल अपने को, ਆਪਾਂ इस्तेमाल बेसिकली आइल्स के तौर पर सीखने कि आइल्स कितने कितने कर सकते हैं, क्योंकि आप आइल्स ही करनी बेसिकली। पहला इस्तेमाल होता किसी चीज़ की डेफिनेशन देने के लिए, किसी चीज़ को डिफाइन करने के लिए, जिवें मान लो आप स्कूल में करते हैं ना फोटोसिंथेसिस कॉलन्स पाके, ठीक है, तो फिर उनकी डेफिनेशन देते हैं। सो इनके लिए आप करते हैं, इस मैथड में आप यूज करते हैं, जिवें आप लिखते हैं फॉर एग्जाम्पल तो बाद काफी जाने कॉमा पा देंगे, आप कॉलन्स पावांगे, ठीक है, फॉर एग्जाम्पल कॉलन्स पाके ते एग्जाम्पल दसांगे। ओके, दूसरा इस्तेमाल होंदा वा लिस्ट दस्सण दे लई। लिस्ट किवें, जिवें मान लो आप कहना वा आई बॉट 3 प्रोडक्ट्स, तो मैं उन्हां दा नाम दस्सण लई की करूंगा अ केक, नाइफ एंड कैंडल्स। सो आई बॉट 3 प्रोडक्ट्स, सो मैं 3 प्रोडक्ट लिख के उन्हां दा नाम दस्सण लई आ चीज करदी। इस चीज का इस्तेमाल आप दो जगह ते करते हैं, टास्क 1 च करते हैं 3 कंट्रीज, फिर उन्हां दा नाम लिखते हैं, टास्क 2 च करते हैं 2 फैक्टर्स, उन्हां दा नाम लिखते हैं पाके, ठीक है, क्लियर है। इनका अगला अपने को आंदा वा डैशेस, ठीक है। डैशेस किवें, डैशेस का इस्तेमाल भी एडिशनल इंफॉर्मेशन की जगह आप करना, जिवें आप कहा ही ना कि रवि हु इज स्मार्ट प्लेस चेस, आ चीज कही है आप कॉमर्स लगाए, आप कॉमर्स की जगह पे डैशेस भी लगा सकते, रवि हु इज स्मार्ट प्लेस चेस, गल सेम ही, ठीक है। नेक्स्ट अपने को आंदे आ ब्रैकेट्स, वैसे ब्रैकेट्स नहीं कहते इन्हां नूं पैरेंथेसिस कहते हैं, बट आप ब्रैकेट्स कह के चलते, ठीक है। ब्रैकेट्स आ होंदे एक्चुअल च, सही है, मैथमेटिक्स दे विच ज़्यादा डिटेल जाना पैंदा क्योंकि हर एक का अलग अलग मतलब आ जाता, फिर अपने ना बिल्कुल इक्वेशन च अलग अलग मतलब आ जाता, बट आप इन्हां नूं ब्रैकेट्स कहते हैं, सब तो सो आप ब्रैकेट्स कह के चलते, ठीक है। सो ब्रैकेट्स का की सिस्टम है, इनका भी इस्तेमाल इस तरह ही, एक ते एडिशनल इंफॉर्मेशन आप क्या रवि, फिर वही गल हु इज स्मार्ट कॉमा प्लेज चेस, एक तो इस्तेमाल दोनों का, पहला इस्तेमाल हो गया एक्स्ट्रा इंफॉर्मेशन के लिए, सो आप इथों कॉमर्स हटा के आप ब्रैकेट तो चैट कर सकते हैं, रवि हु इज स्मार्ट प्लेज चेस, कोई इशू नहीं। सो आप कोशिश करनी है एक जगह पे कॉमर्स कर ली, एक जगह पे डैशेस कर ली, एक जगह पे ब्रैकेट्स कर ली। डैशेस ते ब्रैकेट्स तो पहल देनी है क्योंकि कॉमर्स तो नॉर्मली यूज हो जाते हैं, कॉमर्स तो बिना तो राइटिंग लिख देनी आप। इनका दूसरा इस्तेमाल बड़ा वधिया होंदा जे, ध्यान दिओ, जे मान लो मैं इत्थे सेंटेंस लिखा माय फ्रेंड्स लाइक टू ईट फ्रूट्स सच एज निमृत
अर्श एंड अमृत। सही है, क्योंकि ते फ्रूट्स का नाम आना ही, क्योंकि फ्रूट्स तो बाद सच एज लिखा हुआ तुही, ठीक है, सच एज एप्पल्स मैंगोज एंड बनानास, ठीक है। सो जे आप दोस्तों का नाम लिखना ही तो फिर इतने आना चाहिए ना, ठीक है। सो ब्रैकेट्स का इस्तेमाल कितने होता है? ब्रैकेट्स का इस्तेमाल होता है कि तुम सच एज नु हटा के तुम उनकी जगह पे ब्रैकेट लगा सकते, जिवें माय फ्रेंड्स लाइक टू ईट फ्रूट सच एज एप्पल्स मैंगोज, या तो कहते माय फ्रेंड्स ब्रैकेट पाके लिख सकते अर्श निमृत वगैरह, ठीक है। लास्ट बट नॉट द लीस्ट, ठीक है, जिहड़ा सब तो डिफिकल्ट वा यूज करना वो वा सेमीकोलन। मैनू पता नहीं तुहानू लगे ना लगे, मैनू यूज करना सब तो डिफिकल्ट लगे, ठीक है। इनका इस्तेमाल किस तरह होंदा वा? इनका इस्तेमाल बेसिकली कीता जांदा वा, ध्यान दिओ, जिथे आपां एक इहो जी चीज ऐड करते पे आ जिंदे नाल दूसरी चीज इररेलेवेंट रह जाए, जिवें कि मैं कहा कि रोहित hates butterscotch ice cream, he doesn't like its taste। ਹੁਣ ਮੈਂ ਪਹਿਲੇ ਸੈਂਟੈਂਸ ਜਦੋਂ ਕਹਿਤਾ ਵਾ hates butterscotch ice cream, ਮੈਨੂੰ ਦੁਬਾਰਾ ਕਹਿਣ ਦੀ ਲੋੜ ਆ he doesn't like the taste? ਨਹੀਂ ਨਾ, ਪਰ ਆਪਾਂ ਜੇ ਕਿੰਨੇ ਪਏ ਤੇ ਸੈਮੀਕੋਲਨ ਨਾਲ ਐਡ ਕਰ ਸਕਦੇ ਹਾਂ, ਠੀਕ ਹੈ, ਐਡੀਸ਼ਨਲ ਇਨਫੋਰਮੇਸ਼ਨ। ਇਹਨੂੰ ਆਪਾਂ ਕਿਵੇਂ ਯੂਜ਼ ਕਰਦੇ ਹਾਂ? ਜਦੋਂ ਆਪਾਂ ਟਾਸਕ ਵਿੱਚ ਲਿਖਦੇ ਹਾਂ people oppose the view, they are of the opinion that, ਜਦੋਂ ਮੈਂ ਕਹਿ ਹੀ ਦਿੱਤਾ ਵਾ ਕਿ ਉਹ oppose ਕਰਦੇ ਆ view, ਤੇ ਦੁਬਾਰਾ ਦੱਸਣ ਦੀ ਲੋੜ ਹੈਗੀ ਕਿ ਉਹਨਾਂ ਦਾ opinion ਹੈ ਕਿ ਪਿੰਡ ਵਧੀਆ ਵਾ ਜਾਂ ਸ਼ਹਿਰ ਵਧੀਆ? ਨਹੀਂ ਨਾ, ਪਰ ਆਪਾਂ ਐਡ ਕਰਦੇ ਹਾਂ ਸੈਮੀਕੋਲਨ ਦੇ ਲਈ। ਇਹਨੂੰ ਯੂਜ਼ ਕਰਨ ਦਾ ਸਭ ਤੋਂ ਈਜ਼ੀ ਮੈਥਡ ਕੀ? ਉਹ ਵਾ ਤੁਸੀਂ ਸੈਮੀਕੋਲਨ ਲਗਾਓ, ਅੱਗੇ ਲਿਖੋ ਐਸਪੈਸ਼ਲੀ ਜਾਂ ਲਿਖ ਦੋ ਨੋ ਮੈਟਰ। ਇਹਦਾ ਇਸਤੇਮਾਲ ਟਾਸਕ 1 ਚ ਬੜਾ ਵਧੀਆ ਹੋ ਸਕਦਾ ਜੀ। ਜਿਵੇਂ ਕਿ ਮੰਨ ਲਓ ਆਪਣੇ ਕੋਲ ਤਿੰਨ ਚੀਜ਼ਾਂ ਹੈਗੀਆਂ A B ਤੇ C, A ਵੀ ਵਧਿਆ B ਵੀ ਵਧਿਆ ਤੇ C ਹੱਦ ਤੋਂ ਜ਼ਿਆਦਾ ਵਧ ਗਿਆ, ਮਤਲਬ ਜ਼ਿਆਦਾ ਹੀ ਅੱਖਰ ਆਈ ਸੀ ਕੁਝ, ਠੀਕ ਹੈ। ਤੇ ਆਪਾਂ ਕਵਾਂਗੇ all the things increased semicolon especially C, ਸਾਰੀ ਚੀਜ਼ਾਂ ਵਧੀਆ ਖਾਸ ਤੌਰ ਤੇ C ਕਿਉਂਕਿ ਜ਼ਿਆਦਾ ਹੀ ਵਧ ਗਿਆ ਕੁਝ, ਠੀਕ ਆ। ਸੈਮੀਕੋਲਨ ਪਾ ਕੇ ਐਸਪੈਸ਼ਲੀ ਲਿਖ ਸਕਦੇ। ਤੇ ਜੇ ਮੰਨ ਲਓ ਇੰਨਾ ਨਹੀਂ ਵਧਿਆ ਫਿਰ ਕਹ ਦੋ all the things increased no matter A B or C। ਇੱਕ ਆਪਾਂ ਸੱਚ ਐਸ ਲਿਖਦੇ ਜਿੰਦੀ ਜਗ੍ਹਾ ਤੇ, ਸੱਚ ਐਸ ਜਗ੍ਹਾ ਜਿਵੇਂ ਇੱਥੇ ਲਿਖਣ ਲੱਗਿਆ ਉਹਦੀ ਜਗ੍ਹਾ ਤੇ ਆਪਾਂ ਸੈਮੀਕੋਲਨ ਪਾ ਕੇ whether it be ਵੀ ਲਿਖ ਸਕਦੇ ਕਿ like to eat fruits ਆਪਾਂ ਲਿਖਣਾ ਨਾ such as apples, such as apples, so ਆਪਾਂ ਲਿਖ ਸਕਦੇ ਹਾਂ whether it be apples or oranges। whether it be ਦੇ ਨਾਲ ਤੁਹਾਨੂੰ ਦੋ ਚੀਜ਼ਾਂ ਲਿਖਣੀਆਂ ਪੈਣੀਆਂ। ਓਕੇ, ਕਲੀਅਰ ਆ?